ਸੋ ਪਿਆਰੇ ਵਿਦਿਆਰਥੀਓ, ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਸਕੂਲ ਸਿੱਖਿਆ ਬੋਰਡ ਜਮਾਤ 10ਵੀਂ ਦੇ ਸਬਜੈਕਟ ਕੰਪਿਊਟਰ ਸਾਇੰਸ ਦੇ ਚੈਪਟਰ ਨੰਬਰ 1 ਦੀ, ਜਿਸ ਦਾ ਨਾਮ ਹੈ ਆਫਿਸ ਟੂਲਸ। ਇਸ ਚੈਪਟਰ ਦੇ ਵਿੱਚ ਅਸੀਂ ਆਫਿਸ ਟੂਲਸ ਦੇ ਬਾਰੇ ਗੱਲ ਕਰਾਂਗੇ। MS ਵਰਡ ਕੀ ਹੁੰਦਾ ਹੈ, ਉਸ ਵਿੱਚ ਕਿਵੇਂ ਕੰਮ ਕੀਤਾ ਜਾਂਦਾ ਹੈ, ਐਕਸਲ ਕੀ ਹੁੰਦਾ ਹੈ, ਐਕਸਲ ਦੇ ਵਿੱਚ ਤੁਸੀਂ ਮੇਲ ਮਰਜ ਕਿੱਦਾਂ ਕਰ ਸਕਦੇ ਹੋ, ਪੇਜ ਲੇਆਊਟ ਕੀ ਹੁੰਦੀ ਹੈ, ਪ੍ਰਿੰਟ ਪ੍ਰੀਵਿਊ ਕਿਵੇਂ ਦੇਖਿਆ ਜਾਂਦਾ ਹੈ, ਪ੍ਰਿੰਟ ਕਿਵੇਂ ਕੀਤਾ ਜਾਂਦਾ ਹੈ, ਤੇ ਪਾਵਰ ਪੁਆਇੰਟ ਦੇ ਕੁਝ ਟੌਪਿਕਸ ਦੀ ਅਸੀਂ ਗੱਲ ਕਰਾਂਗੇ। ਸੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅਸੀਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸੋ ਬੱਚਿਓ, ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਤਾਂ ਜੋ ਸਾਡੇ ਆਉਣ ਵਾਲੇ ਚੈਪਟਰ ਦੀਆਂ ਜੋ ਵੀ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਅਤੇ ਤੁਸੀਂ ਆਪਣੀ ਜੋ ਪੜ੍ਹਾਈ ਹੈ ਉਸ ਨੂੰ ਕੰਟੀਨਿਊ ਕਰ ਸਕੋ। ਮੁੱਖ ਟੌਪਿਕ ਜੋ ਸਾਡੇ ਚੈਪਟਰ ਦਾ ਨਾਮ ਹੈ ਆਫਿਸ ਟੂਲ। ਆਫਿਸ ਟੂਲ ਕੀ ਹੁੰਦੇ ਹਨ? ਆਫਿਸ ਟੂਲ ਤੋਂ ਭਾਵ ਕਿ ਕੁਝ ਸੌਫਟਵੇਅਰ ਜਾਂ ਕੁਝ ਪ੍ਰੋਗਰਾਮਾਂ ਦਾ ਸਮੂਹ ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਕਿਸੇ ਦਫ਼ਤਰ ਦੇ ਵਿੱਚ, ਕਿਸੇ ਸਕੂਲ ਦੇ ਵਿੱਚ ਜਾਂ ਕਿਸੇ ਵੀ ਕਿਸਮ ਦੀ ਵਰਕ ਪਲੇਸ ਦੇ ਵਿੱਚ ਜਿਹੜੇ ਉਸਦੇ ਕੰਮ ਹੁੰਦੇ ਹਨ ਉਹਨਾਂ ਨੂੰ ਅਸੀਂ ਥੋੜ੍ਹਾ ਸੌਖਾ ਕਰ ਸਕਦੇ ਹਾਂ। ਆਫਿਸ ਟੂਲ ਦੀ ਵਰਤੋਂ ਕਰਕੇ ਅਸੀਂ ਆਪਣੇ ਸਮੇਂ ਦੀ ਅਤੇ ਪੈਸੇ ਦੀ ਵੀ ਕਾਫੀ ਬਚਤ ਕਰਦੇ ਹਾਂ। ਜਿਵੇਂ ਉਦਾਹਰਨ ਤੌਰ 'ਤੇ ਅਸੀਂ ਗੱਲ ਕਰਦੇ ਹਾਂ ਵਰਡ ਪ੍ਰੋਸੈਸਿੰਗ ਸੌਫਟਵੇਅਰ ਜਾਂ ਸਪਰੈਡਸ਼ੀਟ ਸੌਫਟਵੇਅਰ, ਪ੍ਰੈਜੈਂਟੇਸ਼ਨ ਸੌਫਟਵੇਅਰ ਜਾਂ ਹੋਰ ਡਾਟਾਬੇਸ ਸੌਫਟਵੇਅਰ, ਇਹ ਸਾਰੇ ਸੌਫਟਵੇਅਰ ਨੂੰ ਮਿਲਾ ਕੇ ਅਸੀਂ ਆਫਿਸ ਟੂਲਸ ਬੋਲਦੇ ਹਾਂ। ਜੇ ਅਸੀਂ ਇੱਕ ਮੁੱਖ ਅੱਜ ਕੱਲ੍ਹ ਆਫਿਸ ਟੂਲ ਦੀ ਗੱਲ ਕਰੀਏ ਤਾਂ ਉਸ ਨੂੰ ਮਾਈਕਰੋਸਾਫਟ ਕੰਪਨੀ ਨੇ ਬਣਾਇਆ ਹੈ, ਜਿਸ ਦਾ ਪੂਰਾ ਪੈਕੇਜ ਦਾ ਨਾਮ ਹੈ ਮਾਈਕਰੋਸਾਫਟ ਆਫਿਸ। ਮਾਈਕਰੋਸਾਫਟ ਆਫਿਸ ਉਹ ਸਾਰੇ ਕੰਮ ਕਰਦਾ ਹੈ ਜਿਨ੍ਹਾਂ ਦੀ ਵਰਤੋਂ ਕਿਸੇ ਵੀ ਦਫ਼ਤਰ ਦੇ ਵਿੱਚ ਜਾਂ ਕਿਸੇ ਵੀ ਛੋਟੇ-ਮੋਟੇ ਕੰਮ ਦੇ ਵਿੱਚ ਜਾਂ ਕਿਸੇ ਸਕੂਲ ਦੇ ਵਿੱਚ, ਕਿਸੇ ਵੱਡੇ ਇੰਸਟੀਚਿਊਟ ਦੇ ਵਿੱਚ ਜਾਂ ਕਿਸੇ ਯੂਨੀਵਰਸਿਟੀ ਦੇ ਵਿੱਚ ਵੀ ਵਰਤੋਂ ਕੀਤੀ ਜਾ ਸਕਦੀ ਹੈ। ਮਾਈਕਰੋਸਾਫਟ ਆਫਿਸ ਦੇ ਵਿੱਚ ਆਮ ਤੌਰ 'ਤੇ ਜਿਹੜੇ ਮੁੱਖ 4 ਸੌਫਟਵੇਅਰ ਨੇ ਜਿਨ੍ਹਾਂ ਨੂੰ ਵਰਤ ਕੇ ਅਸੀਂ ਕੰਪਲੀਟ ਆਪਣੇ ਕੰਮ ਨੂੰ ਸੌਖਾ ਕਰ ਸਕਦੇ ਹਾਂ। ਜਿਨ੍ਹਾਂ ਦੇ ਵਿੱਚ ਤੁਸੀਂ ਅਗਰ ਵਰਡ ਪ੍ਰੋਸੈਸਿੰਗ ਸੌਫਟਵੇਅਰ ਦੀ ਗੱਲ ਕਰਦੇ ਹੋ ਤਾਂ ਵਰਡ ਪ੍ਰੋਸੈਸਿੰਗ ਸੌਫਟਵੇਅਰ ਦੇ ਵਿੱਚ MS ਵਰਡ ਤੁਹਾਡੇ ਕੋਲ ਮੁੱਖ ਇੱਕ ਵਰਡ ਪ੍ਰੋਸੈਸਿੰਗ ਸੌਫਟਵੇਅਰ ਹੈ, ਜਿਸ ਦੇ ਵਿੱਚ ਤੁਸੀਂ ਟੈਕਸਟ ਦੇ ਨਾਲ ਕੰਮ ਕਰ ਸਕਦੇ ਹੋ। ਉਸੇ ਤਰ੍ਹਾਂ ਸੈਕਿੰਡ ਇੰਪੋਰਟੈਂਟ ਜੋ ਸੌਫਟਵੇਅਰ ਹੈ ਉਸ ਨੂੰ ਅਸੀਂ ਬੋਲਦੇ ਹਾਂ ਮਾਈਕਰੋਸਾਫਟ ਐਕਸਲ, ਸ਼ਾਰਟ ਦੇ ਵਿੱਚ, ਜਿਨ੍ਹਾਂ ਨੂੰ ਅਸੀਂ MS ਐਕਸਲ ਵੀ ਬੋਲਦੇ ਹਾਂ। ਪ੍ਰੈਜੈਂਟੇਸ਼ਨ ਸੌਫਟਵੇਅਰ ਦੇ ਵਿੱਚ ਸਾਡੇ ਕੋਲ ਪਾਵਰ ਪੁਆਇੰਟ ਨਾਮ ਦਾ ਇੱਕ ਸੌਫਟਵੇਅਰ ਹੈ ਜਿਹਨੂੰ ਅਸੀਂ MS ਪਾਵਰ ਪੁਆਇੰਟ ਬੋਲਦੇ ਹਾਂ। ਅਗਰ ਡਾਟਾਬੇਸ ਦੀ ਗੱਲ ਕਰਦੇ ਹਾਂ ਤਾਂ ਡਾਟਾਬੇਸ ਦੇ ਵਿੱਚ ਸਾਡੇ ਕੋਲ MS ਐਕਸੈਸ ਨਾਂ ਦਾ ਇੱਕ ਸੌਫਟਵੇਅਰ ਹੈ, ਜਿਸ ਦੀ ਵਰਤੋਂ ਕਰਕੇ ਅਸੀਂ ਕਿਸੇ ਵੀ ਆਫਿਸ ਦੇ, ਸਕੂਲ ਦੇ ਯਾਨੀ ਯੂਨੀਵਰਸਿਟੀ ਦੇ ਕੰਮ ਨੂੰ ਬੜੇ ਆਸਾਨੀ ਦੇ ਨਾਲ, ਆਰਾਮ ਨਾਲ ਕਰ ਸਕਦੇ ਹਾਂ ਅਤੇ ਸੌਖਾ ਬਣਾ ਸਕਦੇ ਹਾਂ। ਉਸੇ ਤਰ੍ਹਾਂ ਮਲਟੀਮੀਡੀਆ ਸੌਫਟਵੇਅਰ ਵੀ ਨੇ, ਉਹਨਾਂ ਦੀ ਵੀ ਵਰਤੋਂ ਅੱਜ ਕੱਲ੍ਹ ਅਸੀਂ ਆਫਿਸ ਦੇ ਵਿੱਚ ਜਾਂ ਆਪਣੇ ਰੋਜ਼ਾਨਾ ਕੰਮ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਯਾਨੀ ਕਿ ਅਗਰ ਇਹਨਾਂ ਸਾਰੇ ਸੌਫਟਵੇਅਰ ਦੀ ਅਸੀਂ ਗੱਲ ਕਰੀਏ ਤਾਂ ਇਹਨਾਂ ਸਾਰੇ ਸੌਫਟਵੇਅਰ ਨੂੰ ਅਸੀਂ ਆਫਿਸ ਟੂਲਸ ਬੋਲਦੇ ਹਾਂ। ਸੋ ਪਿਆਰੇ ਵਿਦਿਆਰਥੀਓ, ਅੱਗੇ ਅਸੀਂ ਗੱਲ ਕਰਦੇ ਹਾਂ ਕਿ MS ਵਰਡ ਕੀ ਹੁੰਦਾ ਹੈ, ਜੋ ਇੱਕ ਖਾਸ ਸੌਫਟਵੇਅਰ ਹੈ ਸਾਡੇ ਆਫਿਸ ਟੂਲਸ ਕੈਟਾਗਰੀ ਦਾ। ਬੱਚੋ, MS ਵਰਡ ਇੱਕ ਵਰਡ ਪ੍ਰੋਸੈਸਿੰਗ ਸੌਫਟਵੇਅਰ ਹੈ ਜਿਸ ਦੀ ਵਰਤੋਂ ਕਰਕੇ ਅਸੀਂ ਵੱਖ-ਵੱਖ ਤਰ੍ਹਾਂ ਦੇ ਜੋ ਟੈਕਸਟ ਨੇ ਉਹਨਾਂ ਨੂੰ ਲਿਖ ਸਕਦੇ ਹਾਂ। ਮੇਨ ਇਸ ਸੌਫਟਵੇਅਰ ਦਾ ਕੰਮ ਇਹੀ ਹੈ ਕਿ ਤੁਸੀਂ ਟੈਕਸਟ ਨਾਲ ਸੰਬੰਧਿਤ ਜਿੰਨਾ ਵੀ ਕੰਮ ਹੈ ਤੁਸੀਂ ਇਸ ਸੌਫਟਵੇਅਰ ਦੇ ਵਿੱਚ ਕਰ ਸਕਦੇ ਹੋ। ਜਿਵੇਂ ਤੁਸੀਂ ਟੈਕਸਟ ਬੇਸ ਫਾਈਲਸ ਬਣਾ ਸਕਦੇ ਹੋ, ਪਿਕਚਰਸ ਵਗੈਰਾ ਲਗਾ ਸਕਦੇ ਹੋ, ਜਾਂ ਜਿੰਨੇ ਵੀ ਟੈਕਸਟ ਨਾਲ ਰਿਲੇਟਡ ਕੰਮ ਨੇ, ਲਾਈਕ ਉਹਨਾਂ ਦਾ ਕਲਰ ਚੇਂਜ ਕਰਨਾ, ਉਹਨਾਂ ਦੇ ਸਾਈਜ਼ ਨੂੰ ਇਨਕਰੀਜ਼ ਕਰਨਾ ਜਾਂ ਡਿਕਰੀਜ਼ ਕਰਨਾ, ਬੈਕਗਰਾਊਂਡ ਇਫੈਕਟ ਦੇਣੇ, ਬਾਰਡਰ ਦੇਣੇ, ਉਹਨਾਂ ਦੀ ਸ਼ੇਡਿੰਗ ਦੇਣੀ, ਹੋਰ ਵੀ ਕਈ ਪ੍ਰਕਾਰ ਦੇ ਕੰਮ ਨੇ ਜਿਨ੍ਹਾਂ ਨੂੰ ਤੁਸੀਂ MS ਵਰਡ ਦੇ ਵਿੱਚ ਕਰ ਸਕਦੇ ਹੋ। ਅੱਜ ਕੱਲ੍ਹ MS ਵਰਡ ਦੀ ਵਰਤੋਂ ਕਾਫੀ ਜ਼ਿਆਦਾ ਮਾਤਰਾ ਵਿੱਚ ਕੀਤੀ ਜਾਂਦੀ ਹੈ। ਜਿੰਨੇ ਵੀ ਐਜੂਕੇਸ਼ਨਲ ਇੰਸਟੀਚਿਊਟਸ ਨੇ ਜਾਂ ਆਫਿਸਿਸ ਨੇ ਜਾਂ ਹੋਰ ਜਿੰਨੇ ਵੀ ਦਫ਼ਤਰ ਨੇ, ਭਾਵੇਂ ਉਹ ਦੁਕਾਨਾਂ ਹੋਣ, ਉਹਨਾਂ ਸਾਰਿਆਂ ਦੇ ਉੱਪਰ ਹੀ ਅਸੀਂ MS ਵਰਡ ਦੀ ਵਰਤੋਂ ਕਰਦੇ ਹਾਂ। MS ਵਰਡ ਦੇ ਵਿੱਚ ਤੁਸੀਂ ਚਿੱਠੀਆਂ ਲਿਖ ਸਕਦੇ ਹੋ, ਟਾਈਪ ਕਰ ਸਕਦੇ ਹੋ, ਲੈਟਰਸ ਲਿਖ ਸਕਦੇ ਹੋ, ਐਸੇ ਲਿਖ ਸਕਦੇ ਹੋ। MS ਵਰਡ ਦੇ ਵਿੱਚ ਤੁਸੀਂ ਕਿਸੇ ਵੀ ਲੈਂਗੁਏਜ ਦੇ ਵਿੱਚ ਲਿਖ ਸਕਦੇ ਹੋ, ਪਰ ਤੁਹਾਨੂੰ ਉਸ ਲੈਂਗੁਏਜ ਨਾਲ ਰਿਲੇਟਡ ਜੋ ਵੀ ਸੰਬੰਧਿਤ ਫੌਂਟ ਹੈ ਉਸ ਨੂੰ ਆਪਣੇ ਕੰਪਿਊਟਰ ਸਿਸਟਮ ਦੇ ਵਿੱਚ ਇੰਸਟਾਲ ਕਰਨਾ ਪਏਗਾ। MS ਵਰਡ ਦੇ ਵਿੱਚ ਜੋ ਤੁਹਾਨੂੰ ਇਹ ਵਾਈਟ ਏਰੀਆ ਦਿਖਾਈ ਦੇ ਰਿਹਾ ਹੈ, ਇਸ ਜਗ੍ਹਾ ਨੂੰ ਅਸੀਂ ਡਾਕੂਮੈਂਟ ਏਰੀਆ ਬੋਲਦੇ ਹਾਂ, ਜਿਸ ਵਿੱਚ ਅਸੀਂ ਸਾਰਾ ਹੀ ਲਿਖਣ ਵਾਲਾ ਕੰਮ ਕਰਦੇ ਹਾਂ। ਤੁਸੀਂ ਕੁਝ ਵੀ ਟਾਈਪ ਕਰਦੇ ਹੋ ਤਾਂ ਇਸ ਜਗ੍ਹਾ ਦੇ ਉੱਤੇ ਲਿਖਿਆ ਜਾਂਦਾ ਹੈ। MS ਵਰਡ ਦਾ ਮੁੱਖ ਫੀਚਰ ਕੀ ਹੈ ਕਿ
MS ਵਰਡ ਦੇ ਵਿੱਚ ਤੁਸੀਂ ਜੋ ਵੀ ਟਾਈਪ ਕੀਤਾ ਹੁੰਦਾ ਹੈ, ਇਹ ਤੁਹਾਨੂੰ ਗਾਈਡ ਵੀ ਕਰਦਾ ਹੈ ਕਿ ਤੁਹਾਡਾ ਲਿਖਿਆ ਗਿਆ ਜੋ ਵੀ ਟੈਕਸਟ ਹੈ ਉਸਦੇ ਸਪੈਲਿੰਗ ਤੁਸੀਂ ਠੀਕ ਲਿਖੇ ਹਨ ਜਾਂ ਨਹੀਂ, ਜਾਂ ਤੁਹਾਡੇ ਟੈਕਸਟ ਦੀ ਜੋ ਗ੍ਰਾਮਰ ਹੈ ਉਹ ਠੀਕ ਲਿਖੀ ਹੈ ਜਾਂ ਗਲਤ ਲਿਖੀ ਹੈ। ਅਗਰ ਬਾਕੀ ਵਰਡ ਪ੍ਰੋਸੈਸਿੰਗ ਸੌਫਟਵੇਅਰ ਦੀ ਗੱਲ ਕਰੀਏ ਤਾਂ MS ਵਰਡ ਸਾਨੂੰ ਹੋਰ ਕਈ ਪ੍ਰਕਾਰ ਦੀਆਂ ਫੀਚਰਸ ਪ੍ਰੋਵਾਈਡ ਕਰਵਾਉਂਦਾ ਹੈ। MS ਵਰਡ ਦੇ ਵਿੱਚ ਤੁਸੀਂ ਟੈਕਸਟ ਦੀ ਬੈਕਗਰਾਉਂਡ ਚੇਂਜ ਕਰ ਸਕਦੇ ਹੋ, ਟੈਕਸਟ ਦੀ ਫਾਰਮੈਟਿੰਗ ਕਰ ਸਕਦੇ ਹੋ, ਇਸ ਵਿੱਚ ਤੁਸੀਂ ਆਪਣੇ ਟੈਕਸਟ ਨੂੰ ਬਾਰਡਰ ਲਗਾ ਸਕਦੇ ਹੋ, ਸ਼ੇਡਿੰਗ ਦੇ ਸਕਦੇ ਹੋ। MS ਵਰਡ ਦੀ ਵਰਤੋਂ ਕਰਕੇ ਤੁਸੀਂ ਆਪਣੇ ਲਿਖੇ ਗਏ ਡਾਕੂਮੈਂਟ ਨੂੰ ਪ੍ਰਿੰਟ ਵੀ ਕਰ ਸਕਦੇ ਹੋ। ਅਗਰ ਅੱਜ ਕੱਲ੍ਹ ਦੇ ਸਮੇਂ ਦੀ ਅਸੀਂ ਗੱਲ ਕਰਦੇ ਹਾਂ ਤਾਂ ਆਮ ਤੌਰ 'ਤੇ ਜਿੰਨੇ ਵੀ ਤੁਸੀਂ ਲੈਪਟਾਪ ਜਾਂ ਕੰਪਿਊਟਰ ਦੇਖਦੇ ਹੋ ਤਾਂ ਸਾਰਿਆਂ ਦੇ ਵਿੱਚ ਅਸੀਂ MS ਵਰਡ ਨੂੰ ਹੀ ਯੂਜ਼ ਕਰ ਰਹੇ ਹਾਂ। ਵੈਸੇ ਹੋਰ ਵੀ ਕਈ ਪ੍ਰਕਾਰ ਦੇ ਸਾਡੇ ਕੋਲ ਵਰਡ ਪ੍ਰੋਸੈਸਿੰਗ ਸੌਫਟਵੇਅਰ ਨੇ, ਜਿਵੇਂ ਸਾਡੇ ਕੋਲ ਗੂਗਲ ਡੌਕਸ ਹੈ, ਸਾਡੇ ਕੋਲ ਓਪਨ ਆਫਿਸ ਹੈ ਅਤੇ ਹੋਰ ਵੀ ਕਈ ਸਾਡੇ ਕੋਲ ਵਰਡ ਪ੍ਰੋਸੈਸਿੰਗ ਸੌਫਟਵੇਅਰ ਨੇ, ਪਰ ਆਮ ਤੌਰ 'ਤੇ ਜ਼ਿਆਦਾ ਜੋ ਵਰਤਿਆ ਜਾਣ ਵਾਲਾ ਸੌਫਟਵੇਅਰ ਹੈ ਉਹ MS ਵਰਡ ਹੀ ਹੈ। MS ਵਰਡ ਦੀ ਜੋ ਤੁਸੀਂ ਅਗਰ ਵਿੰਡੋ ਨੂੰ ਦੇਖੋ ਤਾਂ ਜੋ ਤੁਹਾਨੂੰ ਇਹ ਵਾਈਟ ਏਰੀਆ ਦਿਖਾਈ ਦੇ ਰਿਹਾ ਹੈ, ਇਸ ਨੂੰ ਅਸੀਂ ਡਾਕੂਮੈਂਟ ਏਰੀਆ ਬੋਲਦੇ ਹਾਂ, ਜਿਸ ਵਿੱਚ ਅਸੀਂ ਆਪਣਾ ਟਾਈਪ ਕਰਨ ਵਾਲਾ ਕੰਮ ਕਰਦੇ ਹਾਂ। ਜੋ ਇੱਕ ਲਾਈਨ ਤੁਹਾਨੂੰ ਬਲਿੰਕ ਕਰ ਰਹੀ ਦਿਖਾਈ ਦੇ ਰਹੀ ਹੈ, ਇਸ ਨੂੰ ਅਸੀਂ ਕਰਸਰ ਬੋਲਦੇ ਹਾਂ। ਕਰਸਰ ਦਾ ਕੰਮ ਕੀ ਹੁੰਦਾ ਹੈ ਕਿ ਇਹ MS ਵਰਡ ਨੂੰ ਗਾਈਡ ਕਰਦਾ ਹੈ ਕਿ ਕੀਬੋਰਡ ਤੋਂ ਜੋ ਵੀ ਕੀ ਪ੍ਰੈਸ ਕੀਤੀ ਜਾਵੇ ਉਸ ਨੂੰ ਕਿਸ ਜਗ੍ਹਾ 'ਤੇ ਟਾਈਪ ਕੀਤਾ ਜਾਵੇ। ਅਗਰ ਅਸੀਂ ਕਰਸਰ ਨੂੰ ਲਾਈਨ ਦੇ ਸਟਾਰਟਿੰਗ ਦੇ ਉੱਪਰ ਲੈ ਕੇ ਜਾਂਦੇ ਹਾਂ ਤਾਂ ਸਾਡਾ ਜੋ ਵੀ ਟਾਈਪ ਕੀਤਾ ਜਾਣ ਵਾਲਾ ਕਰੈਕਟਰ ਹੈ, ਜੋ ਵੀ ਟਾਈਪ ਕੀਤਾ ਜਾਣ ਵਾਲਾ ਐਲਫਾਬੈਟਸ ਜਾਂ ਅੱਖਰ ਹੈ, ਉਹ ਕਰਸਰ ਦੀ ਜਗ੍ਹਾ 'ਤੇ ਆਇਆ ਹੈ। ਉਦਾਹਰਨ ਦੇ ਤੌਰ 'ਤੇ ਅਸੀਂ ਲਿਖਦੇ ਹਾਂ ਮਾਈ MS ਵਰਡ। MS ਵਰਡ ਦੀ ਵਰਤੋਂ ਕਰਕੇ ਤੁਸੀਂ ਪੰਜਾਬੀ ਵੀ ਟਾਈਪ ਕਰ ਸਕਦੇ ਹੋ। ਅਗਰ ਤੁਸੀਂ MS ਵਰਡ ਦੇ ਵਿੱਚ ਪੰਜਾਬੀ ਟਾਈਪ ਕਰਨੀ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਕੰਪਿਊਟਰ ਸਿਸਟਮ ਦੇ ਵਿੱਚ ਪੰਜਾਬੀ ਫੌਂਟ ਇੰਸਟਾਲ ਕਰੋਗੇ। ਹੋਮ ਦੇ ਵਿੱਚ ਜਾ ਕੇ ਫੌਂਟ ਗਰੁੱਪ ਵਿੱਚੋਂ ਜਦੋਂ ਅਸੀਂ ਡਰੌਪ ਡਾਊਨ ਬਟਨ ਦੇ ਉੱਤੇ ਕਲਿੱਕ ਕਰਦੇ ਹਾਂ ਤਾਂ ਲਿਸਟ ਵਿੱਚ ਅਸੀਂ ਵੱਖ-ਵੱਖ ਫੌਂਟ ਦੇਖਦੇ ਹਾਂ। ਇਹਨਾਂ ਦੇ ਵਿੱਚੋਂ ਜੋ ਵੀ ਫੌਂਟ ਤੁਸੀਂ ਟਾਈਪ ਕਰਨਾ ਚਾਹੁੰਦੇ ਹੋ ਉਸ ਉੱਪਰ ਕਲਿੱਕ ਕਰੋ। ਜਿਵੇਂ ਅਸੀਂ ਪੰਜਾਬੀ ਨੂੰ ਟਾਈਪ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਪੰਜਾਬੀ ਉੱਪਰ ਕਲਿੱਕ ਕਰਦੇ ਹਾਂ। ਜਿਵੇਂ ਅਸੀਂ ਟਾਈਪ ਕਰਦੇ ਹਾਂ ਪੱਪਾ ਪੰਜਾਬ। ਸੋ ਇਸ ਤਰ੍ਹਾਂ ਤੁਸੀਂ MS ਵਰਡ ਦੇ ਵਿੱਚ ਕਈ ਪ੍ਰਕਾਰ ਦੇ ਫੌਂਟ ਯੂਜ਼ ਕਰਕੇ ਕਿਸੇ ਵੀ ਲੈਂਗੁਏਜ ਨੂੰ ਟਾਈਪ ਕਰ ਸਕਦੇ ਹੋ। MS ਵਰਡ ਦੇ ਵਿੱਚ ਜੋ ਲੈਫਟ ਸਾਈਡ 'ਤੇ ਤੁਹਾਨੂੰ 3 ਬਟਨ ਦਿਖਾਈ ਦੇ ਰਹੇ ਹਨ, ਇਹਨਾਂ ਨੂੰ ਅਸੀਂ ਕੁਇਕ ਐਕਸੈਸ ਟੂਲਬਾਰ ਬੋਲਦੇ ਹਾਂ, ਅਤੇ ਰਾਈਟ ਸਾਈਡ ਦੇ ਉੱਪਰ ਜੋ ਤੁਹਾਨੂੰ 3 ਬਟਨ ਦਿਖਾਈ ਦਿੰਦੇ ਹਨ, ਇਹਨਾਂ ਨੂੰ ਅਸੀਂ ਕਲੋਜ਼, ਮਿਨੀਮਾਈਜ਼ ਅਤੇ ਮੈਕਸੀਮਾਈਜ਼ ਬਟਨ ਬੋਲਦੇ ਹਾਂ। ਫਾਈਲ, ਹੋਮ, ਇਨਸਰਟ, ਡਿਜ਼ਾਈਨ, ਇਹ ਵਾਲੀ ਜਗ੍ਹਾ ਨੂੰ ਅਸੀਂ ਮੈਨੂ ਬਾਰ ਬੋਲਦੇ ਹਾਂ, ਜਿਸ ਦੇ ਉੱਪਰ ਕਲਿੱਕ ਕਰਕੇ ਤੁਸੀਂ ਵੱਖ-ਵੱਖ ਆਪਸ਼ਨਸ ਨੂੰ ਦੇਖਦੇ ਹੋ ਅਤੇ ਉਹਨਾਂ ਨੂੰ ਆਪਣੀਆਂ ਫਾਈਲਾਂ ਵਿੱਚ ਯੂਜ਼ ਕਰਦੇ ਹੋ। ਉਸ ਤੋਂ ਨੀਚੇ ਜੋ ਤੁਹਾਨੂੰ ਆਪਸ਼ਨਸ ਜਾਂ ਕੁਝ ਬਟਨਸ ਦਿਖਾਈ ਦੇ ਰਹੇ ਹਨ, ਇਹਨਾਂ ਨੂੰ ਅਸੀਂ ਸਟੈਂਡਰਡ ਟੂਲ ਬਾਰਸ ਬੋਲਦੇ ਹਾਂ। ਇਹਨਾਂ ਦੇ ਵਿੱਚ ਉਹ ਸਾਰੇ ਹੀ ਬਟਨ ਮੌਜੂਦ ਹੁੰਦੇ ਨੇ ਜਿਨ੍ਹਾਂ ਨੂੰ ਯੂਜ਼ ਕਰਕੇ ਅਸੀਂ ਆਪਣੇ ਡਾਕੂਮੈਂਟਸ ਨਾਲ ਕੰਮ ਕਰਦੇ ਹਾਂ। ਨੀਚੇ ਸਾਨੂੰ ਇੱਕ ਬਾਰ ਦਿਖਾਈ ਦਿੰਦੀ ਹੈ ਜਿਹਨੂੰ ਅਸੀਂ ਸਟੇਟਸ ਬਾਰ ਬੋਲਦੇ ਹਾਂ। ਸੋ ਵਿਦਿਆਰਥੀਓ, ਅੱਗੇ ਅਸੀਂ ਗੱਲ ਕਰਦੇ ਹਾਂ ਕਿ ਮਾਈਕਰੋਸਾਫਟ ਐਕਸਲ ਕੀ ਹੁੰਦਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮਾਈਕਰੋਸਾਫਟ ਐਕਸਲ ਇੱਕ ਸਪਰੈਡਸ਼ੀਟ ਪੈਕੇਜ ਹੈ ਅਤੇ ਇਸ ਨੂੰ ਵੀ ਅਸੀਂ ਆਫਿਸ ਟੂਲਸ ਦੀ ਕੈਟਾਗਰੀ ਵਿੱਚ ਰੱਖਦੇ ਹਾਂ। ਮਾਈਕਰੋਸਾਫਟ ਐਕਸਲ ਵੀ ਮਾਈਕਰੋਸਾਫਟ ਕੰਪਨੀ ਦੁਆਰਾ ਬਣਾਇਆ ਗਿਆ ਅਤੇ ਮਾਈਕਰੋਸਾਫਟ ਆਫਿਸ ਨਾਂ ਦੇ ਪੈਕੇਜ ਵਿੱਚ ਸਾਨੂੰ ਇਹ ਮਿਲਦਾ ਹੈ। ਅਗਰ ਤੁਸੀਂ ਮਾਈਕਰੋਸਾਫਟ ਐਕਸਲ ਨੂੰ ਆਪਣੇ ਕੰਪਿਊਟਰ ਵਿੱਚ ਇੰਸਟਾਲ ਕਰਨਾ ਚਾਹੁੰਦੇ ਹੋ ਤਾਂ ਜਦੋਂ ਤੁਸੀਂ ਮਾਈਕਰੋਸਾਫਟ ਆਫਿਸ ਨਾਂ ਦੇ ਪੈਕੇਜ ਨੂੰ ਆਪਣੇ ਕੰਪਿਊਟਰ ਵਿੱਚ ਇੰਸਟਾਲ ਕਰਦੇ ਹੋ ਤਾਂ MS ਵਰਡ ਦੇ ਵਾਂਗ ਮਾਈਕਰੋਸਾਫਟ ਐਕਸਲ, ਮਾਈਕਰੋਸਾਫਟ ਐਕਸੈਸ ਅਤੇ ਪਾਵਰਪੁਆਇੰਟ ਵੀ ਤੁਹਾਡੇ ਸਿਸਟਮ ਦੇ ਵਿੱਚ ਇੰਸਟਾਲ ਹੋ ਜਾਂਦਾ ਹੈ। ਮਾਈਕਰੋਸਾਫਟ ਐਕਸਲ ਦੇ ਵਿੱਚ ਤੁਸੀਂ ਕਈ ਪ੍ਰਕਾਰ ਦੀਆਂ ਗਣਨਾਵਾਂ ਕਰਦੇ ਹੋ, ਕਈ ਪ੍ਰਕਾਰ ਦੀਆਂ ਕੈਲਕੂਲੇਸ਼ਨਸ ਕਰਦੇ ਹੋ। ਤੁਸੀਂ ਇਹਦੇ ਵਿੱਚ ਕਿਸੇ ਕਲਾਸ ਦਾ ਰਿਜ਼ਲਟ ਤਿਆਰ ਕਰ ਸਕਦੇ ਹੋ, ਸਕੂਲ ਦਾ ਤੁਸੀਂ ਟਾਈਮ ਟੇਬਲ ਬਣਾ ਸਕਦੇ ਹੋ, ਆਪਣੇ ਇੰਪਲੋਈਜ਼ ਦਾ ਰਿਕਾਰਡ ਤਿਆਰ ਕਰ ਸਕਦੇ ਹੋ, ਉਹਨਾਂ ਦੇ ਨਾਮ, ਉਹਨਾਂ ਦੀ ਪਰਸਨਲ ਡਿਟੇਲ। MS ਐਕਸਲ ਦੀ ਵਰਤੋਂ ਦੇ ਨਾਲ ਤੁਸੀਂ ਆਪਣੇ ਇੰਪਲੋਈਜ਼ ਦੀਆਂ ਸੈਲਰੀਜ਼ ਨੂੰ ਤਿਆਰ ਕਰ ਸਕਦੇ ਹੋ। ਯਾਨੀ ਕਿ ਜਿੰਨੇ ਵੀ ਗਣਨਾਵਾਂ ਜਾਂ ਕੈਲਕੂਲੇਸ਼ਨਸ ਦੇ ਨਾਲ ਸੰਬੰਧਿਤ ਕੰਮ ਹੁੰਦੇ ਨੇ ਉਹ ਸਾਰੇ ਹੀ ਤੁਸੀਂ MS ਐਕਸਲ ਵਿੱਚ ਕਰ ਸਕਦੇ ਹੋ। ਇਸ ਵਿੱਚ ਤੁਸੀਂ ਵੱਖ-ਵੱਖ ਤਰ੍ਹਾਂ ਦੇ ਚਾਰਟ ਵੀ ਤਿਆਰ ਕਰ ਸਕਦੇ ਹੋ। MS ਐਕਸਲ ਦੇ ਵਿੱਚ ਪਹਿਲਾਂ ਤੋਂ ਹੀ ਪਰਿਭਾਸ਼ਿਤ ਕਈ ਪ੍ਰਕਾਰ ਦੇ ਫੰਕਸ਼ਨਸ ਹੁੰਦੇ ਹਨ ਜਿਨ੍ਹਾਂ ਨੂੰ ਯੂਜ਼ ਕਰਕੇ ਤੁਸੀਂ ਗਣਨਾਵਾਂ ਕਰਦੇ ਹੋ। ਤੁਹਾਨੂੰ ਸਿਰਫ ਫੰਕਸ਼ਨ ਦਾ ਨਾਮ ਲਿਖਣ ਦੀ ਲੋੜ ਪੈਂਦੀ ਹੈ ਅਤੇ ਉਸ ਨੂੰ ਕੁਝ ਵੈਲਿਊਜ਼ ਦੇਣ ਦੀ ਲੋੜ ਪੈਂਦੀ ਹੈ ਅਤੇ ਫੰਕਸ਼ਨ
ਆਪਣਾ ਕੰਮ ਕੰਪਲੀਟ ਕਰ ਦਿੰਦਾ ਹੈ ਅਤੇ ਤੁਹਾਡਾ ਜੋ ਮਨ ਚਾਹਿਆ ਰਿਜ਼ਲਟ ਹੈ ਉਹ ਤੁਹਾਨੂੰ ਮਿਲ ਜਾਂਦਾ ਹੈ। MS ਐਕਸਲ ਦੇ ਵਿੱਚ ਤੁਸੀਂ ਆਪ ਵੀ ਕਈ ਪ੍ਰਕਾਰ ਦੇ ਫਾਰਮੂਲੇ ਤਿਆਰ ਕਰ ਸਕਦੇ ਹੋ। ਫਾਰਮੂਲੇ ਅਤੇ ਫੰਕਸ਼ਨ ਦੇ ਵਿੱਚ ਡਿਫਰੈਂਸ ਕੀ ਹੁੰਦਾ ਹੈ ਕਿ ਫੰਕਸ਼ਨ ਸਾਡੇ ਐਕਸਲ ਦੇ ਵਿੱਚ ਪਹਿਲਾਂ ਤੋਂ ਹੀ ਪਰਿਭਾਸ਼ਿਤ ਕੀਤੇ ਗਏ ਹੁੰਦੇ ਹਨ ਅਤੇ ਜੋ ਫਾਰਮੂਲੇ ਹੁੰਦੇ ਹਨ ਉਹਨਾਂ ਨੂੰ ਅਸੀਂ ਖੁਦ ਤਿਆਰ ਕਰਦੇ ਹਾਂ, ਪਰ ਦੋਨਾਂ ਦਾ ਜੋ ਕੰਮ ਹੈ ਉਹ ਸੇਮ ਹੈ ਕਿ ਦੋਵਾਂ ਦਾ ਕੰਮ ਕੀ ਹੈ ਕਿ ਕੈਲਕੂਲੇਸ਼ਨਸ ਕਰਨੀਆਂ। ਸੋ ਇਹ ਸੀ ਐਕਸਲ ਦੇ ਬਾਰੇ। ਸਾਡਾ ਫਸਟ ਚੈਪਟਰ ਦਾ ਜੋ ਅਗਲਾ ਮੁੱਖ ਟੌਪਿਕ ਹੈ ਕਿ ਐਕਸਲ ਦੀ ਵਰਤੋਂ ਕਰਕੇ ਤੁਸੀਂ ਮੇਲ ਮਰਜ ਕਿੱਦਾਂ ਕਰ ਸਕਦੇ ਹੋ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੇਲ ਮਰਜ ਤੋਂ ਕੀ ਭਾਵ ਹੁੰਦਾ ਹੈ ਕਿ ਤੁਸੀਂ ਕਿਸੇ ਖਾਸ ਸੰਦੇਸ਼ ਨੂੰ ਵੱਖ-ਵੱਖ ਰਹਿੰਦੇ ਜਗ੍ਹਾ 'ਤੇ ਰਹਿੰਦੇ ਲੋਕਾਂ ਨੂੰ ਭੇਜ ਸਕਦੇ ਹੋ ਅਤੇ ਤੁਹਾਨੂੰ ਵੱਖ-ਵੱਖ ਲੋਕਾਂ ਨੂੰ ਭੇਜਣ ਲਈ ਇੱਕੋ ਸੰਦੇਸ਼ ਨੂੰ ਬਾਰ-ਬਾਰ ਟਾਈਪ ਕਰਨ ਦੀ ਲੋੜ ਨਹੀਂ ਪੈਂਦੀ। ਅਗਰ ਤੁਸੀਂ ਐਕਸਲ ਦੀ ਵਰਤੋਂ ਕਰਕੇ ਮੇਲ ਮਰਜ ਕਰਨਾ ਚਾਹੁੰਦੇ ਹੋ ਤਾਂ ਐਕਸਲ ਦੇ ਵਿੱਚ ਕੀ ਹੁੰਦਾ ਹੈ, ਅਗਰ ਜਿਵੇਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਕੁਝ ਵਿਦਿਆਰਥੀਆਂ ਦਾ ਰਿਜ਼ਲਟ ਤਿਆਰ ਕੀਤਾ ਹੈ ਅਤੇ ਅਸੀਂ ਇਹਨਾਂ ਦਾ ਇੱਕ ਸਰਟੀਫਿਕੇਟ ਤਿਆਰ ਕਰਨਾ ਚਾਹੁੰਦੇ ਹਾਂ। ਉਦਾਹਰਨ ਦੇ ਤੌਰ 'ਤੇ ਜਿਵੇਂ ਅਸੀਂ MS ਵਰਡ ਨੂੰ ਖੋਲ੍ਹਦੇ ਹਾਂ, ਮੈਂ ਚਾਹੁੰਦਾ ਹਾਂ ਕਿ ਮੈਂ ਵੱਖ-ਵੱਖ ਬੱਚਿਆਂ ਦਾ ਇੱਕ ਰਿਜ਼ਲਟ ਤਿਆਰ ਕਰਾਂ ਜਿਸ ਦੇ ਵਿੱਚ ਉੱਪਰ ਲਿਖਿਆ ਆ ਜਾਏ ਸਟੂਡੈਂਟ ਦਾ ਨੇਮ, ਫਾਦਰ ਨੇਮ, ਕਲਾਸ, ਸਬਜੈਕਟਸ ਦੇ ਨਾਮ ਲਿਖੇ ਆ ਜਾਣ, ਉਹਨਾਂ ਦੇ ਮਾਰਕਸ ਲਿਖੇ ਆ ਜਾਣ, ਬੱਚੇ ਦਾ ਰਿਜ਼ਲਟ ਕੀ ਆਇਆ ਅਤੇ ਉਹਦੇ ਟੋਟਲ ਮਾਰਕਸ ਕਿੰਨੇ ਹਨ। ਇਹ ਸਾਰੀਆਂ ਚੀਜ਼ਾਂ ਮੈਨੂੰ MS ਵਰਡ ਦੇ ਵਿੱਚ ਅਗਰ ਮੈਂ ਮੇਲ ਮਰਜ ਤੋਂ ਬਗੈਰ ਕਰਾਂਗਾ ਤਾਂ ਮੈਨੂੰ ਕਾਫੀ ਟਾਈਮ ਲੱਗੇਗਾ। ਮੈਨੂੰ ਇਕੱਲੇ ਵਿਦਿਆਰਥੀ ਦਾ ਨਾਮ ਲਿਖਣਾ ਪਏਗਾ, ਫਾਦਰ ਨੇਮ ਲਿਖਣਾ ਪਏਗਾ, ਇਕੱਲੇ ਵਿਦਿਆਰਥੀ ਦੇ ਸਬਜੈਕਟਸ ਨੇਮ ਲਿਖਣੇ ਪੈਣਗੇ, ਮਾਰਕਸ ਲਿਖਣੇ ਪੈਣਗੇ, ਇਕੱਲੇ ਪੇਜ ਦੀ ਮੈਨੂੰ ਸੈਟਿੰਗ ਕਰਨੀ ਪਏਗੀ। ਪਰ ਅਗਰ ਮੈਂ ਐਕਸਲ ਅਤੇ MS ਵਰਡ ਨੂੰ ਕੰਬਾਈਨ ਕਰਕੇ ਇੱਕ ਮੇਲ ਮਰਜ ਦੀ ਮਦਦ ਦੇ ਨਾਲ ਇਸ ਸ਼ੀਟ ਨੂੰ ਬਣਾਵਾਂਗਾ ਤਾਂ ਮੇਰਾ ਜੋ ਟਾਈਮ ਹੈ ਉਹ ਕਾਫੀ ਸੇਵ ਹੋਵੇਗਾ। ਐਕਸਲ ਦੀ ਵਰਤੋਂ ਕਰਕੇ ਅਸੀਂ ਮੇਲ ਮਰਜ ਕਿਵੇਂ ਕਰਦੇ ਹਾਂ, ਜਿਵੇਂ ਉਦਾਹਰਨ ਤੌਰ 'ਤੇ ਅਸੀਂ ਇਹੀ ਰਿਜ਼ਲਟ ਤਿਆਰ ਕਰਨਾ ਹੈ ਜਿਸ ਨੂੰ ਮੈਂ ਪਹਿਲਾਂ ਤੋਂ ਹੀ ਇੱਕ ਫਾਈਲ ਨੂੰ ਬਣਾ ਕੇ ਰੱਖਿਆ ਹੈ। ਉਦਾਹਰਨ ਦੇ ਤੌਰ 'ਤੇ ਮੇਰੇ ਕੋਲ 4 ਜਾਂ 4 ਤੋਂ ਜ਼ਿਆਦਾ ਜਾਂ ਹੋ ਸਕਦਾ ਮੇਰੇ ਕੋਲ 50+ ਸਟੂਡੈਂਟ ਵੀ ਹੋਣ ਤਾਂ ਮੈਂ ਇੱਕ ਬਲੈਂਕ ਸਰਟੀਫਿਕੇਟ ਤਿਆਰ ਕਰ ਲਵਾਂਗਾ। ਜਿਵੇਂ ਮੈਂ ਉੱਪਰ ਲਿਖ ਦਿੱਤਾ ਸਟੂਡੈਂਟ ਡਿਟੇਲ ਮਾਰਕਸ਼ੀਟ, ਬੱਚੇ ਦਾ ਨਾਮ, ਉਹਦੇ ਫਾਦਰ ਦਾ ਨਾਮ, ਕਲਾਸ, ਸਬਜੈਕਟਸ ਨੇਮ ਅਤੇ ਹੋਰ ਜੋ ਵੀ ਇਨਫੋਰਮੇਸ਼ਨ ਮੈਨੂੰ ਚਾਹੀਦੀ ਹੈ ਉਹ ਮੈਂ ਬਲੈਂਕ ਤਿਆਰ ਕਰ ਲਈ ਹੈ। ਅੱਗੇ ਮੈਂ ਇੱਕ ਐਕਸਲ ਦੀ ਸ਼ੀਟ ਤਿਆਰ ਕਰਾਂਗਾ ਜਿਸ ਵਿੱਚ ਮੈਨੂੰ ਉਹਨਾਂ ਵਿਦਿਆਰਥੀਆਂ ਦੀ ਡਿਟੇਲ ਮਿਲੇਗੀ, ਜਿਵੇਂ ਵਿਦਿਆਰਥੀ ਦਾ ਨਾਮ, ਉਸਦਾ ਫਾਦਰ ਨੇਮ ਕੀ ਹੈ, ਕਲਾਸ ਕੀ ਹੈ, ਸਬਜੈਕਟ ਕਿਹੜੇ ਨੇ, ਕੰਪਿਊਟਰ ਸਾਇੰਸ, ਪੰਜਾਬੀ, ਮੈਥ, ਇੰਗਲਿਸ਼ ਵਗੈਰਾ, ਅਤੇ ਉਹਨਾਂ ਦੇ ਵਿੱਚੋਂ ਕਿੰਨੇ ਮਾਰਕਸ ਆਏ, ਟੋਟਲ ਮਾਰਕਸ ਕਿੰਨੇ ਨੇ ਅਤੇ ਸਾਨੂੰ ਉਸਦਾ ਰਿਜ਼ਲਟ ਕੀ ਮਿਲਿਆ। ਅਸੀਂ ਇਸ ਫਾਈਲ ਨੂੰ ਕਿਸੇ ਨਾਮ ਦੇ ਨਾਲ ਸੇਵ ਕਰ ਲੈਂਦੇ ਹਾਂ, ਜਿਵੇਂ ਮੈਂ ਇਹਨੂੰ book 1 ਨਾਮ ਦੇ ਨਾਲ ਸੇਵ ਕਰ ਲਿਆ ਹੈ। ਹੁਣ ਅਸੀਂ ਇਸ ਨੂੰ ਮਿਨੀਮਾਈਜ਼ ਕਰ ਦਿੰਦੇ ਹਾਂ ਅਤੇ ਵਾਪਸ ਆ ਜਾਂਦੇ ਹਾਂ ਅਸੀਂ MS ਵਰਡ ਦੇ ਵਿੱਚ, ਜਿਸ ਵਿੱਚ ਅਸੀਂ ਪਹਿਲਾਂ ਤੋਂ ਹੀ ਇੱਕ ਬਲੈਂਕ ਸਰਟੀਫਿਕੇਟ ਤਿਆਰ ਕੀਤਾ ਸੀ। MS ਵਰਡ ਦੇ ਵਿੱਚ ਅਗਰ ਤੁਸੀਂ ਉੱਪਰ ਮੈਨੂ ਬਾਰ ਦੇ ਵਿੱਚ ਦੇਖੋਗੇ ਤਾਂ ਤੁਹਾਨੂੰ ਇੱਕ ਮੇਲਿੰਗਸ ਨਾਂ ਦਾ ਇੱਕ ਮੈਨੂ ਦਿਖਾਈ ਦੇਵੇਗਾ। ਜਿਵੇਂ ਕਿ ਅਸੀਂ ਆਪਣਾ ਡਾਕੂਮੈਂਟ ਪਹਿਲਾਂ ਤੋਂ ਹੀ ਤਿਆਰ ਕਰ ਲਿਆ ਹੈ, ਅਸੀਂ ਮੇਲਿੰਗ ਟੈਬ ਦੇ ਉੱਪਰ ਜਦੋਂ ਕਲਿੱਕ ਕਰਦੇ ਹਾਂ ਤਾਂ ਇਸ ਵਿੱਚ ਸਾਨੂੰ ਇੱਕ ਆਪਸ਼ਨ ਦਿਖਾਈ ਦੇਵੇਗੀ ਸਿਲੈਕਟ ਰੈਸੀਪੀਐਂਟ। ਜਦੋਂ ਅਸੀਂ ਇਸ ਉੱਪਰ ਕਲਿੱਕ ਕਰਦੇ ਹਾਂ ਤਾਂ ਅਸੀਂ ਸੈਕਿੰਡ ਆਪਸ਼ਨ ਨੂੰ ਚੂਜ਼ ਕਰਦੇ ਹਾਂ ਯੂਜ਼ ਐਨ ਐਗਜ਼ਿਸਟਿੰਗ ਲਿਸਟ। ਇਸ ਜਗ੍ਹਾ ਤੇ ਜਾ ਕੇ ਤੁਸੀਂ ਆਪਣੇ MS ਐਕਸਲ ਦੀ ਉਸ ਫਾਈਲ ਨੂੰ ਸਿਲੈਕਟ ਕਰਨਾ ਹੈ ਜਿਸ ਵਿੱਚ ਤੁਸੀਂ ਆਪਣਾ ਡਾਟਾ ਤਿਆਰ ਕੀਤਾ ਸੀ। ਜਿਵੇਂ ਅਸੀਂ book 1 ਨਾਮ ਦੀ ਫਾਈਲ ਨੂੰ ਤਿਆਰ ਕੀਤਾ ਸੀ ਤਾਂ ਅਸੀਂ ਉਸ ਫਾਈਲ ਦੀ ਲੋਕੇਸ਼ਨ 'ਤੇ ਜਾਂਦੇ ਹਾਂ। ਫਾਈਲ ਦੀ ਲੋਕੇਸ਼ਨ 'ਤੇ ਜਾਣ ਤੋਂ ਬਾਅਦ ਅਸੀਂ book 1 ਦੇ ਉੱਪਰ ਕਲਿੱਕ ਕਰਦੇ ਹਾਂ, ਓਪਨ ਦੇ ਉੱਪਰ ਕਲਿੱਕ ਕਰਦੇ ਹਾਂ, ਅਗੇਨ ਓਪਨ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਸਾਡੇ ਕੋਲ ਇੱਕ ਸ਼ੀਟ 1 ਨਾਂ ਦਾ ਇੱਕ ਡਾਟਾਬੇਸ, ਇੱਕ ਟੇਬਲ ਸਾਨੂੰ ਦਿਖਾਈ ਦੇਗਾ। ਅਸੀਂ ਓਕੇ ਦੇ ਉੱਪਰ ਕਲਿੱਕ ਕਰ ਦਿੰਦੇ ਹਾਂ। ਉਸ ਤੋਂ ਬਾਅਦ ਸਾਡਾ ਨੈਕਸਟ ਕੰਮ ਕੀ ਹੈ ਕਿ ਅਸੀਂ ਕੁਝ ਫੀਲਡਸ ਨੂੰ ਆਪਣੇ ਫਾਰਮ ਦੇ ਵਿੱਚ ਅਸਾਈਨ ਕਰਨਾ ਹੈ। ਅਸੀਂ ਕਿੱਦਾਂ ਕਰਾਂਗੇ, ਇਨਸਰਟ ਮਰਜ ਫੀਲਡ ਦੇ ਉੱਪਰ ਜਦੋਂ ਅਸੀਂ ਕਲਿੱਕ ਕਰਦੇ ਹਾਂ ਤਾਂ ਸਾਡੇ ਕੋਲ ਇੱਕ ਲਿਸਟ ਓਪਨ ਹੋ ਜਾਂਦੀ ਹੈ। ਜਿਵੇਂ ਅਸੀਂ ਨੇਮ ਦੇ ਅੱਗੇ ਕੀ ਆਵੇ, ਸਾਡਾ ਨੇਮ ਆਵੇ, ਫਾਦਰ ਨੇਮ ਦੇ ਅੱਗੇ ਸਾਡਾ ਕੀ ਆਵੇ, ਫਾਦਰ ਨੇਮ ਆਵੇ, ਕਲਾਸ ਦੇ ਅੱਗੇ ਕਲਾਸ, ਸਬਜੈਕਟ ਸਾਡਾ ਕੰਪਿਊਟਰ ਸਾਇੰਸ, ਉਸ ਵਿੱਚ ਫਸਟ ਸਾਡਾ ਕੰਪਿਊਟਰ ਸਾਇੰਸ, ਸੈਕਿੰਡ ਦੇ ਉੱਪਰ ਅਸੀਂ ਕਲਿੱਕ ਕਰਾਂਗੇ ਇਨਸਰਟ ਮੇਲ ਮਰਜ ਦੇ ਵਿੱਚੋਂ। ਅਗੇਨ ਅਸੀਂ ਆਪਣੇ ਸਬਜੈਕਟ ਨੂੰ ਸਿਲੈਕਟ ਕਰਾਂਗੇ, ਜਿਵੇਂ ਸਾਡਾ ਸਬਜੈਕਟ ਹੈਗਾ ਪੰਜਾਬੀ।
ਟੋਟਲ ਦੇ ਉੱਪਰ ਸਾਨੂੰ ਟੋਟਲ ਚਾਹੀਦਾ ਹੈ ਕਿ ਜੋ ਸਾਡੇ ਮਾਰਕਸ ਨੇ ਉਹਨਾਂ ਦਾ ਟੋਟਲ ਕੀ ਹੈ, ਅਤੇ ਲਾਸਟ ਜੋ ਅਸੀਂ ਰਿਜ਼ਲਟ ਚਾਹੁੰਦੇ ਹਾਂ, ਸਾਡਾ ਲਾਸਟ ਜੋ ਆਪਸ਼ਨ ਹੈ, ਲਾਸਟ ਫੀਲਡ ਹੈ ਸਾਡੀ ਰਿਜ਼ਲਟ ਨਾਮ ਦੀ। ਜਦੋਂ ਅਸੀਂ ਸਾਰੀਆਂ ਫੀਲਡਸ ਆਪਣੀ ਰਿਕੁਆਇਰਡ ਪਲੇਸਿਸ ਦੇ ਉੱਪਰ ਐਡ ਕਰ ਦਿੰਦੇ ਹਾਂ, ਅਸਾਈਨ ਕਰ ਦਿੰਦੇ ਹਾਂ, ਤਾਂ ਅਸੀਂ ਪ੍ਰੀਵਿਊ ਰਿਜ਼ਲਟ ਚੈੱਕ ਕਰਦੇ ਹਾਂ। ਜਿਵੇਂ ਤੁਸੀਂ ਦੇਖੋਗੇ ਕਿ ਸਾਡਾ ਜੋ ਫਸਟ ਸਟੂਡੈਂਟ ਸੀ ਪ੍ਰਭਜੋਤ ਸਿੰਘ, ਉਹਨਾਂ ਦੇ ਜੋ ਮਾਰਕਸ ਨੇ, ਜਿਵੇਂ ਕੰਪਿਊਟਰ ਸਾਇੰਸ, ਪੰਜਾਬੀ, ਸਾਰੇ ਮਾਰਕਸ ਨੇ, ਅਤੇ ਟੋਟਲ ਸਾਨੂੰ ਇਸ ਸੈੱਲ ਦੇ ਉੱਪਰ ਦਿਖਾਈ ਦੇ ਰਿਹਾ ਹੈ, ਅਤੇ ਉਹਨਾਂ ਦਾ ਰਿਜ਼ਲਟ ਕੀ ਹੈ, ਪਾਸ। ਨੈਕਸਟ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਸੈਕਿੰਡ ਸਟੂਡੈਂਟ ਜਸਪ੍ਰੀਤ ਕੌਰ, ਰਿਜ਼ਲਟ। ਥਰਡ ਸਾਡਾ ਰਮਨਦੀਪ, ਫੋਰਥ ਗੁਰਪ੍ਰੀਤ। ਅਸੀਂ ਸਿਰਫ 4 ਹੀ ਸਟੂਡੈਂਟਸ ਦੇ ਮਾਰਕਸ ਐਂਟਰ ਕੀਤੇ ਸਨ ਅਤੇ 4 ਦੀ ਹੀ ਸਾਡੇ ਕੋਲ ਡਿਟੇਲ ਜੋ ਹੈ ਐਡ ਹੋ ਗਈ ਹੈ। ਇਸ ਨਾਲ ਹੋਇਆ ਕਿ ਸਾਡਾ ਜੋ ਬਾਰ-ਬਾਰ ਇਸ ਫਾਰਮ ਨੂੰ ਕ੍ਰੀਏਟ ਕਰਨਾ ਜਾਂ ਇਸ ਦੇ ਵਿੱਚ ਬਾਰ-ਬਾਰ ਟਾਈਪ ਕਰਨ ਦਾ ਜੋ ਕੰਮ ਸੀ ਉਹ ਘਟ ਗਿਆ, ਅਤੇ ਸਾਡਾ ਸਮਾਂ ਵੀ ਕਾਫੀ ਬਚੇਗਾ। ਅਤੇ ਲਾਸਟ ਤੁਸੀਂ ਫਿਨਿਸ਼ ਮੇਲ ਮਰਜ ਉੱਤੇ ਕਲਿੱਕ ਕਰ ਦੋਗੇ। ਪ੍ਰਿੰਟ ਡਾਕੂਮੈਂਟ, ਓਕੇ। ਇਸ ਜਗ੍ਹਾ ਤੋਂ ਤੁਸੀਂ ਸਿਲੈਕਟ ਕਰੋਗੇ ਆਪਣਾ PDF, ਜਾਂ ਡਾਇਰੈਕਟ ਤੁਸੀਂ ਪ੍ਰਿੰਟਰ ਨੂੰ ਸਿਲੈਕਟ ਕਰਕੇ ਪ੍ਰਿੰਟ ਕਰ ਸਕਦੇ ਹੋ। ਜਿਵੇਂ ਸਾਡੇ ਕੰਪਿਊਟਰ ਨਾਲ ਪ੍ਰਿੰਟਰ ਅਟੈਚ ਨਹੀਂ ਹੈ ਤਾਂ ਅਸੀਂ ਉਸ ਦੀ ਇੱਕ PDF ਫਾਈਲ ਬਣਾ ਰਹੇ ਹਾਂ, ਓਕੇ ਕਰਾਂਗੇ, ਅਤੇ ਨਾਮ ਦੇਣ ਤੋਂ ਬਾਅਦ ਅਸੀਂ ਸੇਵ ਦੇ ਉੱਪਰ ਕਲਿੱਕ ਕਰ ਦੇਵਾਂਗੇ। ਜਿਵੇਂ ਅਸੀਂ ABC ਨਾਮ ਦੀ ਇੱਕ ਫਾਈਲ ਤਿਆਰ ਕੀਤੀ ਹੁਣੇ ਮੇਲ ਮਰਜ ਦੀ ਮਦਦ ਦੇ ਨਾਲ, ਤਾਂ ਤੁਸੀਂ ਦੇਖੋਗੇ ਕਿ ਸਾਡੇ ਕੋਲ ਜੋ ਰਿਜ਼ਲਟ ਸੀ ਸਟੂਡੈਂਟਸ ਦਾ, ਉਸ ਦੀਆਂ 4 ਫਾਈਲਸ, ਦੇਖੋ ਸਾਡੇ ਕੋਲ 4 ਫਾਈਲਸ ਤਿਆਰ ਹੋ ਗਈਆਂ ਨੇ। ਫਸਟ ਸਾਡੀ ਸੀ ਪ੍ਰਭਜੋਤ ਨਾਂ ਦੀ, ਸੈਕਿੰਡ ਸਟੂਡੈਂਟ ਸੀ ਸਾਡਾ ਜਸਪ੍ਰੀਤ, ਥਰਡ ਰਮਨਦੀਪ, ਅਤੇ ਲਾਸਟ ਜੋ ਸੀ ਗੁਰਪ੍ਰੀਤ। ਉਸੇ ਤਰ੍ਹਾਂ ਤੁਸੀਂ ਮੇਲ ਮਰਜ ਦੀ ਵਰਤੋਂ ਕਰਕੇ ਆਪਣੀ ਲੋੜ ਦੇ ਅਨੁਸਾਰ ਵੱਖ-ਵੱਖ ਸਟੂਡੈਂਟਸ ਦੀ ਇਨਫੋਰਮੇਸ਼ਨ ਨੂੰ ਐਡ ਕਰ ਸਕਦੇ ਹੋ, ਅਤੇ ਉਹਨਾਂ ਦਾ ਜੋ ਡਾਟਾ ਹੈ ਉਸਨੂੰ ਕੰਪਾਈਲ ਕਰ ਸਕਦੇ ਹੋ। ਸੋ ਇਹ ਸੀ ਕਿ MS ਐਕਸਲ ਦੀ ਵਰਤੋਂ ਦੇ ਨਾਲ ਮੇਲ ਮਰਜ ਨੂੰ ਕਿਵੇਂ ਕੀਤਾ ਜਾਂਦਾ ਹੈ। ਅਗਲਾ ਜੋ ਸਾਡਾ ਟੌਪਿਕ ਹੈ, ਜਿਸ ਦਾ ਨਾਮ ਹੈ ਪੇਜ ਲੇਆਊਟ। ਪੇਜ ਲੇਆਊਟ ਤੋਂ ਭਾਵ ਕਿ ਤੁਸੀਂ ਪ੍ਰਿੰਟ ਕਰਨ ਤੋਂ ਪਹਿਲਾਂ ਆਪਣੇ ਜੋ ਪੇਜ ਦੀ ਸੈਟਿੰਗ ਕਰਦੇ ਹੋ, ਉਦਾਹਰਨ ਤੌਰ 'ਤੇ ਤੁਸੀਂ ਪੇਜ ਦਾ ਜੋ ਮਾਰਜਨ ਹੈ ਉਸ ਨੂੰ ਡਿਸਾਈਡ ਕਰਦੇ ਹੋ ਕਿ ਤੁਹਾਡਾ ਲੈਫਟ ਤੋਂ ਮਾਰਜਨ ਕਿੰਨਾ ਬਚੇ। ਮਾਰਜਨ ਤੋਂ ਭਾਵ ਹੈ ਕਿ ਸਾਡੇ ਪੇਜ ਦੇ ਉੱਪਰ ਖਾਲੀ ਜਗ੍ਹਾ ਉੱਪਰ, ਨੀਚੇ, ਸੱਜੇ ਖੱਬੇ ਹੋ ਸਕਦੀ ਹੈ। ਤੁਸੀਂ ਆਪਣੇ ਪੇਜ ਦੇ ਵਿੱਚ ਮਾਰਜਨ ਨੂੰ ਡਿਸਾਈਡ ਕਰ ਸਕਦੇ ਹੋ ਕਿ ਲੈਫਟ ਦੇ ਉੱਪਰ ਕਿੰਨਾ ਮਾਰਜਨ ਹੋਵੇ, ਰਾਈਟ ਦੇ ਉੱਪਰ ਕਿੰਨਾ ਮਾਰਜਨ ਹੋਵੇ, ਟੌਪ 'ਤੇ ਕਿੰਨਾ ਮਾਰਜਨ ਹੋਵੇ, ਜਾਂ ਬੋਟਮ 'ਤੇ ਕਿੰਨਾ ਮਾਰਜਨ ਹੋਵੇ। ਤੁਸੀਂ ਆਪਣੇ ਪੇਜ ਦੀ ਓਰੀਐਂਟੇਸ਼ਨ ਵੀ ਸੈੱਟ ਕਰ ਸਕਦੇ ਹੋ। ਉਦਾਹਰਨ ਤੌਰ 'ਤੇ ਤੁਸੀਂ ਆਪਣੀ ਪ੍ਰਿੰਟਿੰਗ ਨੂੰ ਪੋਰਟਰੇਟ ਮੋਡ 'ਤੇ ਪ੍ਰਿੰਟ ਕਰਨਾ ਚਾਹੁੰਦੇ ਹੋ ਜਾਂ ਲੈਂਡਸਕੇਪ ਮੋਡ 'ਤੇ ਪ੍ਰਿੰਟ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਉਹ ਵੀ ਡਿਸਾਈਡ ਕਰ ਸਕਦੇ ਹੋ। ਤੁਸੀਂ ਆਪਣੇ ਪੇਪਰ ਦਾ ਜੋ ਸਾਈਜ਼ ਹੈ ਸਿਲੈਕਟ ਕਰ ਸਕਦੇ ਹੋ। ਜਿਵੇਂ ਅਸੀਂ ਆਮ ਤੌਰ 'ਤੇ ਲੈਟਰ ਜਾਂ A4 ਸਾਈਜ਼ ਨੂੰ ਹੀ ਯੂਜ਼ ਕਰਦੇ ਹਾਂ। ਅਗਰ ਤੁਹਾਡਾ ਡਾਕੂਮੈਂਟ ਥੋੜ੍ਹਾ ਵੱਡਾ ਹੈ ਤਾਂ ਤੁਸੀਂ ਲੀਗਲ ਸਾਈਜ਼ ਨੂੰ ਵੀ ਸੈੱਟ ਕਰ ਸਕਦੇ ਹੋ। ਅਤੇ ਹੋਰ ਵੀ ਕਈ ਪ੍ਰਕਾਰ ਦੀਆਂ ਲੇਆਊਟ ਨਾਲ ਰਿਲੇਟਡ ਜੋ ਆਪਸ਼ਨਸ ਨੇ ਉਹ ਸਾਨੂੰ ਇਸ ਜਗ੍ਹਾ ਦੇ ਉੱਪਰ ਮਿਲਦੀਆਂ ਨੇ, ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਆਪਣੇ ਪੇਜ ਦੀ ਲੇਆਊਟ ਨੂੰ ਸੈੱਟ ਕਰ ਸਕਦੇ ਹਾਂ। ਅਗਲਾ ਜੋ ਟੌਪਿਕ ਹੈ ਉਸ ਨੂੰ ਅਸੀਂ ਬੋਲਦੇ ਹਾਂ ਪ੍ਰਿੰਟ ਐਂਡ ਪ੍ਰਿੰਟ ਪ੍ਰੀਵਿਊ। ਫਾਈਲ ਮੈਨਿਊ 'ਤੇ ਕਲਿੱਕ ਕਰਨ ਤੋਂ ਬਾਅਦ ਸਾਡੇ ਕੋਲ ਇੱਕ ਆਪਸ਼ਨ ਦਿਖਾਈ ਦਿੰਦੀ ਹੈ ਪ੍ਰਿੰਟ ਦੀ। ਜਦੋਂ ਅਸੀਂ ਪ੍ਰਿੰਟ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਰਾਈਟ ਸਾਈਡ ਦੇ ਉੱਪਰ ਤੁਹਾਨੂੰ ਇੱਕ ਪ੍ਰਿੰਟ ਪ੍ਰੀਵਿਊ ਦਿਖਾਈ ਦਿੰਦਾ ਹੈ, ਜਿਸ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਜੋ ਵੀ ਤੁਸੀਂ ਡਾਕੂਮੈਂਟ ਦਾ ਪ੍ਰਿੰਟ ਕਰਨਾ ਚਾਹੁੰਦੇ ਹੋ ਉਸ ਦੀ ਲੇਆਊਟ ਕਿਸ ਤਰ੍ਹਾਂ ਦੀ ਹੋਏਗੀ ਆਫਟਰ ਪ੍ਰਿੰਟਿੰਗ। ਇੱਕ ਰਫ ਆਈਡੀਆ ਤੁਹਾਨੂੰ ਮਿਲ ਜਾਂਦਾ ਹੈ ਕਿ ਤੁਸੀਂ ਜੋ ਪ੍ਰਿੰਟ ਕੱਢ ਰਹੇ ਹੋ ਉਹ ਪ੍ਰਿੰਟ ਕੱਢਣ ਤੋਂ ਬਾਅਦ ਕਿਵੇਂ ਦਿਖਾਈ ਦੇਵੇਗਾ। ਜਿਵੇਂ ਅਸੀਂ ਜੋ ਸਟੂਡੈਂਟਸ ਦਾ ਡਾਟਾ ਟਾਈਪ ਕੀਤਾ ਸੀ ਉਸ ਦਾ ਇੱਕ ਰਫ ਪ੍ਰਿੰਟ ਆਊਟ ਸਾਨੂੰ ਦਿਖਾਈ ਦੇ ਰਿਹਾ ਹੈ। ਅਸੀਂ ਇਸ ਜਗ੍ਹਾ 'ਤੇ ਜਾ ਕੇ ਆਪਣੇ ਪੇਜ ਦੀ ਓਰੀਐਂਟੇਸ਼ਨ ਨੂੰ ਵੀ ਚੇਂਜ ਕਰ ਸਕਦੇ ਹਾਂ। ਜਿਵੇਂ ਅਸੀਂ ਲੈਂਡਸਕੇਪ ਮੋਡ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਸਾਡਾ ਜੋ ਵਿਦਿਆਰਥੀਆਂ ਦਾ ਡਾਟਾ ਸੀ ਸਾਰਾ ਸਾਨੂੰ ਦਿਖਾਈ ਦੇ ਰਿਹਾ ਹੈ। ਇਸ ਜਗ੍ਹਾ ਤੋਂ ਤੁਸੀਂ ਪੇਪਰ ਦੀ ਕਿਸਮ ਨੂੰ ਸਿਲੈਕਟ ਕਰ ਸਕਦੇ ਹੋ ਕਿ ਤੁਹਾਡੇ ਪੇਪਰ ਦਾ ਸਾਈਜ਼ ਕੀ ਹੈ, ਕਿ ਉਹ ਲੀਗਲ ਹੈ ਜਾਂ A4 ਹੈ ਜਾਂ ਹੋਰ ਕਿਸੇ ਸਾਈਜ਼ ਦਾ ਪੇਪਰ ਹੈ। ਤੁਸੀਂ ਆਪਣੇ ਮਾਰਜਨ ਦੀ ਵੀ ਸੈਟਿੰਗ ਕਰ ਸਕਦੇ ਹੋ, ਨਾਰਮਲ ਜਾਂ ਵਾਈਡ ਜਾਂ ਨੈਰੋ। ਸਾਰੀਆਂ ਲੋੜੀਂਦੀਆਂ ਸੈਟਿੰਗ ਕਰਨ ਤੋਂ ਬਾਅਦ ਅਸੀਂ ਪ੍ਰਿੰਟ ਬਟਨ ਉੱਪਰ ਕਲਿੱਕ ਕਰਦੇ ਹਾਂ ਅਤੇ ਸਾਡੇ ਡਾਕੂਮੈਂਟ ਦਾ ਜੋ ਪ੍ਰਿੰਟ ਹੈ ਪ੍ਰਿੰਟ ਹੋ ਜਾਂਦਾ ਹੈ। ਸੋ ਇਹ ਸੀ ਐਕਸਲ ਦੇ ਵਿੱਚ ਐਕਸਲ ਕੀ ਹੁੰਦਾ ਹੈ, ਐਕਸਲ ਦੇ ਵਿੱਚ ਮੇਲ ਮਰਜ ਕੀ ਹੁੰਦੀ ਹੈ, ਪੇਜ ਲੇਆਊਟ ਕੀ ਹੁੰਦਾ ਹੈ ਅਤੇ ਪ੍ਰਿੰਟ ਪ੍ਰੀਵਿਊ ਕੀ ਹੁੰਦਾ ਹੈ।
ਸਾਡਾ ਨੈਕਸਟ ਜੋ ਟੌਪਿਕ ਹੈ ਜਿਸ ਦਾ ਪੂਰਾ ਨਾਮ ਹੈ ਮਾਈਕਰੋਸੌਫਟ ਪਾਵਰਪੁਆਇੰਟ। ਮਾਈਕਰੋਸੌਫਟ ਪਾਵਰਪੁਆਇੰਟ ਇੱਕ ਪ੍ਰੈਜੈਂਟੇਸ਼ਨ ਸੌਫਟਵੇਅਰ ਹੈ ਜਿਸ ਦੀ ਵਰਤੋਂ ਕਰਕੇ ਤੁਸੀਂ ਕਿਸੇ ਕੰਪਨੀ ਦੀ ਪ੍ਰੈਜੈਂਟੇਸ਼ਨ ਤਿਆਰ ਕਰ ਸਕਦੇ ਹੋ। ਪ੍ਰੈਜੈਂਟੇਸ਼ਨ ਕੀ ਹੁੰਦੀ ਹੈ ਕਿ ਜਿਸ ਵਿੱਚ ਵੱਖ-ਵੱਖ ਸਲਾਈਡਾਂ ਦਾ ਇੱਕ ਗਰੁੱਪ ਬਣਾ ਕੇ ਸਕਰੀਨ ਅੱਗੇ ਪੇਸ਼ ਕੀਤਾ ਜਾਂਦਾ ਹੈ ਅਤੇ ਉਹ ਸਾਰੀਆਂ ਸਲਾਈਡਸ 1 ਬਾਏ 1 ਸਾਡੀ ਸਕਰੀਨ ਦੇ ਅੱਗੋਂ ਨਿਕਲਦੀਆਂ ਨੇ ਕਿਸੇ ਖਾਸ ਟਾਈਮ ਸ਼ਡਿਊਲ ਦੇ ਵਿੱਚ। ਪਾਵਰਪੁਆਇੰਟ ਦੇ ਵਿੱਚ ਜੋ ਤੁਸੀਂ ਪ੍ਰੈਜੈਂਟੇਸ਼ਨ ਤਿਆਰ ਕਰਦੇ ਹੋ ਉਹ ਸਲਾਈਡਸ ਦੀ ਫਾਰਮ ਦੇ ਵਿੱਚ ਤਿਆਰ ਹੁੰਦੀ ਹੈ ਅਤੇ ਸਲਾਈਡ ਦੇ ਵਿੱਚ ਤੁਸੀਂ ਆਪਣੀ ਰਿਕੁਆਇਰਮੈਂਟ ਦਾ ਜੋ ਵੀ ਡਾਟਾ ਹੁੰਦਾ ਹੈ, ਭਾਵੇਂ ਉਹ ਕਿਸੇ ਟੌਪਿਕ ਦੇ ਬਾਰੇ ਕੁਝ ਇਨਫੋਰਮੇਸ਼ਨ ਹੋਵੇ ਜਾਂ ਕੋਈ ਵੀਡੀਓ ਹੋਵੇ, ਕੋਈ ਆਡੀਓ ਫਾਈਲ ਹੋ ਸਕਦੀ ਹੈ ਜਾਂ ਕੋਈ ਪਿਕਚਰ ਹੋ ਸਕਦੀ ਹੈ, ਤੁਸੀਂ ਉਸ ਨੂੰ ਇੱਕ ਸਲਾਈਡ ਉੱਪਰ ਐਡ ਕਰਦੇ ਹੋ ਅਤੇ ਉਸੇ ਹੀ ਤਰੀਕੇ ਦੇ ਨਾਲ ਵੱਖ-ਵੱਖ ਹੋਰ ਵੀ ਸਲਾਈਡਸ ਨੂੰ ਤਿਆਰ ਕਰਦੇ ਹੋ ਅਤੇ ਜਦੋਂ ਤੁਸੀਂ ਆਪਣਾ ਕੰਮ ਕੰਪਲੀਟ ਕਰ ਦਿੰਦੇ ਹੋ ਤਾਂ ਉਹਨਾਂ ਦਾ ਇੱਕ ਗਰੁੱਪ ਬਣ ਜਾਂਦਾ ਹੈ ਜਿਸ ਨੂੰ ਅਸੀਂ ਪ੍ਰੈਜੈਂਟੇਸ਼ਨ ਬੋਲਦੇ ਹਾਂ। ਪਾਵਰਪੁਆਇੰਟ ਦੇ ਵਿੱਚ ਅਸੀਂ ਸਲਾਈਡਸ ਨੂੰ ਇੱਕ ਖਾਸ ਸਮੇਂ ਦੇ ਵਿੱਚ ਰੱਖ ਕੇ ਆਪਣੀ ਸਕਰੀਨ ਦੇ ਉੱਪਰ ਜਦੋਂ ਪੇਸ਼ ਕਰਦੇ ਹਾਂ ਤਾਂ 1 ਬਾਏ 1 ਸਾਰੀਆਂ ਸਲਾਈਡ ਹੀ ਸਾਡੀ ਸਕਰੀਨ ਦੇ ਸਾਹਮਣੇ ਆਉਂਦੀਆਂ ਨੇ ਅਤੇ ਸਾਨੂੰ ਇਸ ਤਰੀਕੇ ਨਾਲ ਲੱਗਦਾ ਹੈ ਕਿ ਕੋਈ ਮੂਵੀ ਜਾਂ ਕੋਈ ਵੀਡੀਓ ਪਲੇ ਹੋ ਰਹੀ ਹੈ। ਜਿਵੇਂ ਤੁਸੀਂ ਆਪਣੀ ਸਕਰੀਨ ਦੀ ਲੈਫਟ ਸਾਈਡ ਦੇ ਉੱਪਰ ਦੇਖ ਰਹੇ ਹੋ, ਇਸ ਜਗ੍ਹਾ ਦੇ ਉੱਪਰ ਤੁਸੀਂ ਜਿੰਨੀਆਂ ਵੀ ਸਲਾਈਡਸ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਤੁਸੀਂ ਤਿਆਰ ਕਰਦੇ ਹੋ ਉਹ ਸਾਰੀਆਂ ਹੀ ਸਲਾਈਡਸ ਤੁਹਾਨੂੰ ਲੈਫਟ ਸਾਈਡ ਦੇ ਉੱਪਰ ਦਿਖਾਈ ਦਿੰਦੀਆਂ ਨੇ। ਰਾਈਟ ਸਾਈਡ ਦੇ ਉੱਪਰ ਤੁਹਾਨੂੰ ਮੇਨ ਕਰੰਟ ਸਲਾਈਡ ਦਿਖਾਈ ਦੇ ਰਹੀ ਹੁੰਦੀ ਹੈ ਜਿਸ ਉੱਪਰ ਤੁਸੀਂ ਕੰਮ ਕਰ ਰਹੇ ਹੁੰਦੇ ਹੋ। ਜਿਵੇਂ ਅਸੀਂ ਇਸ ਜਗ੍ਹਾ ਦੇ ਉੱਪਰ ਕਲਿੱਕ ਕਰਕੇ ਕੁਝ ਟਾਈਪ ਕਰਦੇ ਹਾਂ, ਮਾਈ ਫਸਟ ਫਾਈਲ। ਅਗਲਾ ਟੌਪਿਕ ਹੈ ਕਿ ਪਾਵਰਪੁਆਇੰਟ ਦੇ ਵਿੱਚ ਆਪਣੀ ਪ੍ਰੈਜੈਂਟੇਸ਼ਨ ਨੂੰ ਸੇਵ ਕਿੱਦਾਂ ਕੀਤਾ ਜਾਂਦਾ ਹੈ। ਸੋ ਆਪਣੀ ਪ੍ਰੈਜੈਂਟੇਸ਼ਨ ਨੂੰ ਸੇਵ ਕਰਨ ਲਈ ਫਾਈਲ ਮੈਨੂ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਸੇਵ ਜਾਂ ਸੇਵ ਐਜ਼ ਆਪਸ਼ਨ ਤੇ ਜਦੋਂ ਅਸੀਂ ਕਲਿੱਕ ਕਰਦੇ ਹਾਂ ਤਾਂ ਸਾਡੇ ਕੋਲ ਲੋਕੇਸ਼ਨ ਪੁੱਛੀ ਜਾਂਦੀ ਹੈ ਕਿ ਤੁਸੀਂ ਆਪਣੀ ਫਾਈਲ ਨੂੰ ਕਿਸ ਲੋਕੇਸ਼ਨ ਦੇ ਵਿੱਚ ਸੇਵ ਕਰਨਾ ਚਾਹੁੰਦੇ ਹੋ। ਜਿਵੇਂ ਅਸੀਂ ਆਪਣੇ ਕੰਪਿਊਟਰ ਦੇ ਵਿੱਚ ਕਿਸੇ ਖਾਸ ਫੋਲਡਰ ਦੇ ਵਿੱਚ ਸੇਵ ਕਰਨਾ ਚਾਹੁੰਦੇ ਹਾਂ। ਫਿਰ ਸਾਨੂੰ ਇੱਕ ਫਾਈਲ ਦਾ ਨਾਮ ਪੁੱਛਿਆ ਜਾਂਦਾ ਹੈ ਕਿ ਤੁਸੀਂ ਆਪਣੀ ਫਾਈਲ ਨੂੰ ਕਿਸ ਨਾਮ ਤੇ ਸੇਵ ਕਰਨਾ ਚਾਹੁੰਦੇ ਹੋ। ਉਸ ਨਾਮ ਨੂੰ ਟਾਈਪ ਕਰਨ ਤੋਂ ਬਾਅਦ ਅਸੀਂ ਸੇਵ ਬਟਨ ਦੇ ਉੱਪਰ ਕਲਿੱਕ ਕਰ ਦਿੰਦੇ ਹਾਂ ਤਾਂ ਸਾਡੀ ਜੋ ਪ੍ਰੈਜੈਂਟੇਸ਼ਨ ਹੈ ਉਹ ਸੇਵ ਹੋ ਜਾਂਦੀ ਹੈ। ਸੋ ਵਿਦਿਆਰਥੀਓ, ਇਹ ਸੀ ਤੁਹਾਡੇ ਚੈਪਟਰ ਨੰਬਰ 1 ਦੇ ਮੁੱਖ ਟੌਪਿਕ ਜਿਨ੍ਹਾਂ ਦੇ ਵਿੱਚ ਅਸੀਂ ਗੱਲ ਕੀਤੀ ਕਿ MS ਵਰਡ ਕੀ ਹੁੰਦਾ ਹੈ, ਸਾਡੇ ਆਫਿਸ ਟੂਲਸ ਕੀ ਹੁੰਦੇ ਹਨ, ਐਕਸਲ ਦੇ ਵਿੱਚ ਅਸੀਂ ਮੇਲ ਮਰਜ ਕਿੱਦਾਂ ਕਰਦੇ ਹਾਂ ਅਤੇ ਪਾਵਰਪੁਆਇੰਟ ਦੇ ਵਿੱਚ ਪ੍ਰੈਜੈਂਟੇਸ਼ਨ ਨੂੰ ਸੇਵ ਕਿੱਦਾਂ ਕੀਤਾ ਜਾਂਦਾ ਹੈ। ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇਗੀ। ਅਗਰ ਮੇਰੀ ਵੀਡੀਓ ਚੰਗੀ ਲੱਗੀ ਹੈ ਤਾਂ ਮੇਰੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਸੋ ਵੀਡੀਓ ਨੂੰ ਦੇਖਣ ਲਈ ਤੁਹਾਡਾ ਧੰਨਵਾਦ।